ਤਾਂ ਤਸਵੀਰਾਂ ਦਿਖਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਦੇਖ ਲਿਓ ਕਿ ਘਰ ਦਾ ਜੋ ਗੇਟ ਹੈ ਉਹ ਆਪਣੀਆਂ ਕੰਧਾਂ ਦੇ ਉੱਤੇ ਨਹੀਂ ਖੜਾ। ਇਹ ਜਿਹੜੀਆਂ ਕੰਧਾਂ ਨੇ ਇਹ ਪਰਲੇ ਮਕਾਨ ਦੀ ਕੰਧ ਆ, ਇਹ ਪਰਲੇ ਮਕਾਨ ਦੀ ਕੰਧ ਆ। ਇੱਕ ਰਸੋਈ ਹੈ ਅਤੇ ਇੱਕ ਕਮਰਾ ਹੈ ਜਿਹਦੇ ਵਿੱਚ ਸਾਰਾ ਪਰਿਵਾਰ ਰਹਿੰਦਾ ਅਤੇ ਉਹਦੀ ਛੱਤ ਡਿੱਗ ਚੁੱਕੀ ਹੈ। ਜੋ ਘਟਨਾ ਵਾਪਰੀ ਹੈ, ਛੱਤ ਡਿੱਗੀ ਹੈ, ਕਿਵੇਂ ਹੋਈ ਹੈ? ਹਾਂਜੀ, ਇਹ ਰਾਤ ਨੂੰ ਮੀਂਹ ਪਿਆ ਜੀ। ਰਾਤ ਨੂੰ ਮੀਂਹ ਪੈਣ ਕਰਕੇ ਸਾਨੂੰ ਇੰਨਾ ਬਾਹਰ ਜਾਣਕਾਰੀ ਹੈ ਨਹੀਂ ਸੀਗੀ ਵੀ ਛੱਤ ਡਿੱਗ ਜੂਗੀ। ਅਸੀਂ ਅੰਦਰ ਪਏ ਸੀਗੇ। 2 ਵਜੇ ਦੀ ਗੱਲ ਆ ਜੀ। ਇਹ ਛੱਤ ਡਿੱਗੀ ਤਾਂ ਚਾਰੇ ਜੀ ਅੰਦਰ ਸੀਗੇ। ਮੇਰੀਆਂ ਪੱਛੜੀਆਂ ਦਬ ਗਈਆਂ ਜੀ। ਗੁੱਡੀ ਦੇ ਚੂੜਾ ਟੁੱਟ ਗਿਆ ਜੀ। ਉਹ ਛੱਤ ਦੇ ਜਮਾਂ ਹੀ ਥੱਲੇ ਆ ਗਈ। ਜਿਹੜੀ ਭੈਣ ਦੇ ਉੱਤੇ ਛੱਤ ਡਿੱਗੀ ਆ ਉਹਨਾਂ ਦੀ ਹਾਲਤ ਕਿਵੇਂ ਆ ਹੁਣ ਜੀ? ਹਾਲਤ ਜੀ ਉਹਨਾਂ ਦੀ ਬਹੁਤ ਖਰਾਬ ਆ ਜੀ। ਅੱਜ ਆਪਰੇਸ਼ਨ ਹੋਇਆ ਅੱਜ ਗੁੱਡੀ ਦਾ। ਹਾਂਜੀ, ਮੈਂ ਤਾਂ ਗਈ ਨਹੀਂ ਹੈਗੀ। ਕਹਿੰਦੇ ਵੀ ਤੂੰ ਦੇਖ ਨਹੀਂ ਹੋਣਾ, ਮੇਰੇ ਬੱਚੀਆਂ ਨੇ ਉੱਥੇ। ਚੁੱਲ੍ਹਾ ਵੀ ਬਾਹਰੇ ਪਿਆ ਹੈ ਖੁੱਲੀ ਛੱਤ ਦੇ ਥੱਲੇ, ਤਾਂ ਰੋਟੀ ਇੱਥੇ ਉੱਥੇ ਪਕਾਉਣੇ ਬਾਹਰ? ਹਾਂਜੀ, ਰੋਟੀ ਬਾਹਰੇ ਲਾਉਣੇ ਆ ਜੀ। ਮੀਂਹ ਕਿਣੀ ਦੇ ਵਿੱਚ ਕਿਵੇਂ ਕਰਦੇ? ਹਾਂ, ਮੀਂਹ ਵਿੱਚ ਵੀ ਇੱਥੇ ਰੋਟੀ ਬਾਹਰੇ ਪਕਾਉਣੇ ਆ ਜੀ। ਜਿਵੇਂ ਛੱਤ ਡਿੱਗ ਗਈ ਜੀ, ਤਾਂ ਹੁਣ ਪੈਂਦੇ ਕਿੱਥੇ ਹੋ? ਰਹਿਣ ਦਾ ਕਿੱਥੇ ਕਰਦੇ ਹੋ? ਜਾਂ ਰਸੋਈ ਆ ਬਸ, ਹੋਰ ਮਕਾਨ ਤਾਂ ਕਮਰਾ ਤਾਂ ਹੈ ਨਹੀਂ? ਭਰਾ ਦਾ ਮੇਰਾ ਛੋਟਾ ਰਹਿੰਦਾ ਗਾਹਾਂ, ਉਹਨਾਂ ਦੇ ਅੰਦਰ ਇਹਨਾਂ ਨੂੰ ਸ਼ਿਫਟ ਕੀਤਾ, ਉੱਥੇ ਪੈਂਦੇ ਨੇ ਇਹ। ਆਪਣਾ ਘਰ ਛੱਡ ਕੇ ਹੁਣ ਦੂਜੇ ਦੇ ਘਰ ਦੇ ਵਿੱਚ ਜਾ ਕੇ ਪੈਣਾ? ਦੂਜੇ ਦੇ ਘਰ ਜਾ ਕੇ ਪੈਂਦੇ ਆ। ਪ੍ਰਾਹੁਣਿਆਂ ਨੇ ਵੀ ਪੈਣਾ, ਆ ਕੇ ਗੁੱਡੀਆਂ ਨੇ ਵੀ ਆਉਣਾ। ਤੇ ਦੱਸੋ ਵੀ ਉਹਨਾਂ ਨੇ ਵੀ ਆਪਣੇ ਬੱਚੇ ਪਾਲਣੇ ਆ, ਉਹਨਾਂ ਦਾ ਵੀ ਫਿਰ ਔਖਾ। ਉਹਨਾਂ ਕੋਲ ਵੀ 2 ਕਮਰੇ ਆ। ਗੁੱਡੀ ਨੇ ਵੀ ਆਉਣਾ ਜੀ। ਹਸਪਤਾਲ ਚੋਂ ਛੁੱਟੀ ਹੋਊਗੀ, ਉਹਦੇ ਬਾਰੇ ਵੀ ਦੇਖਣਾ ਮੈਂ ਕਿੱਥੇ ਪਾਉਂਗੀ ਉਹਨੂੰ। ਸਾਂਭ ਸੰਭਾਲ ਵੀ ਕਰਨੀ? ਹਾਂਜੀ ਹਾਂ, ਸਾਂਭ ਸੰਭਾਲ ਕਰਨੀ ਆ ਉਹਨਾਂ ਦੀ। ਬੈੱਡ ਵੀ ਨਹੀਂ ਹੈਗਾ, ਮੰਜੇ ਉੱਤੇ ਹੀ ਪੈਂਦੇ ਸੀ? ਟੁੱਟ ਗਏ ਜੀ। ਟੁੱਟ ਗਏ ਜੀ, ਬਾਹਰ ਪਏ। ਹਾਂ ਜੀ, ਮੰਜੇ ਵੀ, ਬੈੱਡ ਵੀ ਟੁੱਟ ਗਏ ਜੀ? ਬੈੱਡ ਵੀ ਟੁੱਟ ਗਏ, ਮੰਜੇ ਪਏ ਤੇ 2 ਉਹ ਵੀ ਟੁੱਟ ਗਏ, ਜਮੇ ਬਾਹਰ ਪਏ ਨੇ। ਦੇਖ ਲਓ, ਪੱਖਾ ਵੀ ਟੁੱਟ ਗਿਆ? ਹਾਂ ਜੀ, ਸਾਰਾ ਕੁਝ ਖਤਮ ਹੋ ਗਿਆ ਜੀ। ਕਿੰਨੇ ਮੈਂਬਰ ਨੇ ਘਰ ਦੇ ਵਿੱਚ? ਘਰ ਦੇ ਵਿੱਚ ਇਹ 4 ਮੈਂਬਰ ਆ ਜੀ। ਇੱਕ ਇਹਦੀ ਦੋਹਤੀ ਆ ਤੇ ਇੱਕ ਗੁੱਡੀ ਆ, ਇੱਕ ਮੁੰਡਾ। ਤੇ ਉਹ ਆਪਣੀ ਦਿਹਾੜੀ ਕਮਾ ਕੇ ਸਾਂਝਾਂ ਨੂੰ ਆਪਣੇ ਘਰ ਆਉਂਦਾ, ਉਹਦੇ ਨਾਲ ਇਹਨਾਂ ਦਾ ਗੁਜ਼ਾਰਾ ਚੱਲਦਾ। ਹਾਏ ਤਾਂ ਮੇਰਾ ਇਹ ਛੋਟਾ ਭਰਾ ਏ। ਮੇਰੇ ਭਰਾ ਦੀ ਡੈਥ ਹੋ ਗਈ ਦੀ 2-3 ਸਾਲ ਹੋ ਗਏ। ਤੇ ਹੁਣ ਇਹਦੀਆਂ ਗੁੱਡੀਆਂ 5 ਧੀਆਂ ਇਹਦੇ। 2 ਗੁੱਡੀਆਂ ਦਾ ਵਿਆਹ ਇਹਨੇ ਆਪ ਕਰਿਆ, ਉਹਦੇ ਹੁੰਦੀ 2 ਗੁੱਡੀਆਂ ਦਾ ਹੋ ਗਿਆ ਤਾਂ। ਤੇ ਹੁਣ ਇਹਨਾਂ ਦਾ ਦੱਸੋ ਜੀ ਵੀ ਕੀ ਹੀਲਾ? ਗਵਰਨਮੈਂਟ ਕੋਈ ਸੁਣ ਨਹੀਂ ਰਹੀ। ਇਹਨਾਂ ਹਾਲਾਤਾਂ ਦੇ ਵਿੱਚ ਫਿਰ ਭੈਣਾਂ ਦੇ ਵਿਆਹ ਕਿਵੇਂ ਕੀਤੇ ਨੇ? ਵਿਆਹ ਤਾਂ ਜੀ ਚੁੰਨੀ ਚੜਾਵਾ ਕਰਿਆ ਸੀਗਾ ਗੁੱਡੀਆਂ ਦਾ ਜੀ। ਹਾਂਜੀ, ਇੰਨੇ ਜੋਗੇ ਹੈ ਨਹੀਂ ਸੀਗੇ। ਡੈਡੀ ਇਹਨਾਂ ਦਾ 3 ਸਾਲ ਹੋ ਗਏ ਮੁੱਕੇ ਨੂੰ। ਹੁਣ ਇੱਕ ਗੁੱਡੀ ਦਾ ਪਹਿਲਾਂ ਵਿਆਹ ਕਰਿਆ, 6 ਮਹੀਨੇ ਹੋ ਗਏ। ਬਸੀ ਹਲਕੇ ਦੇ ਵਿੱਚ ਪੈਂਦਾ ਲਾਡਪੁਰੀ ਪਿੰਡ ਦਾ ਨਾਮ ਆ। ਤਾਂ ਇੱਥੋਂ ਦੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ, ਉਹਨਾਂ ਨੇ ਕਿੰਨੀ ਕੁ ਸਹਾਇਤਾ ਕੀਤੀ? ਤੁਸੀਂ ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ? ਉਹਨਾਂ ਨੇ ਕੋਈ ਮਦਦ ਕੀਤੀ? ਤੁਹਾਡੇ ਪਰਿਵਾਰ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਤੁਸੀਂ ਉਹਨਾਂ ਨੂੰ? ਹਾਂ ਜੀ ਹਾਂ, ਕਰਵਾਇਆ ਉਹਨਾਂ ਨੇ ਮਦਦ। ਫਿਰ ਸਾਨੂੰ ਥੋੜੀ 4000 ਰੁਪਏ ਦਿੱਤਾ ਜੀ। 4000 ਰੁਪਏ? ਹਾਂ ਜੀ, 4000 ਰੁਪਏ ਨਾਲ ਦੱਸੋ ਮੈਨੂੰ ਕੀ ਹੋਊਗਾ? ਇਹਨਾਂ ਗਰੀਬ ਬੰਦੇ ਦਾ, ਕੁੜੀ ਦਾ ਆਪਰੇਸ਼ਨ ਐਡਾ ਬੜਾ। 4000 ਰੁਪਏ ਵਿੱਚ ਕੀ ਇਸ ਘਰ ਦੀ ਛੱਤ ਦੁਬਾਰਾ ਪੈ ਜੂਗੀ? ਕੀ ਇਸ ਘਰ ਦੀ ਛੱਤ ਹੈ ਜਿਹੜੀ ਕੰਧਾਂ ਨੇ ਉਹ ਦੁਬਾਰਾ ਹੋ ਜਾਣਗੀਆਂ? ਇਹ ਮਕਾਨ ਉਹ ਲਿਸਟ 'ਚ ਆ ਗਿਆ ਜਿਹੜੇ ਪੱਕੇ ਹੋਣੇ ਸੀ 2018 ਦੇ ਵਿੱਚ, ਪਰ ਪੈਸੇ ਨਹੀਂ ਮਿਲੇ ਤੁਹਾਨੂੰ? ਪੈਸੇ ਨਹੀਂ ਮਿਲੇ ਹਨ। ਕੀ ਹੋਇਆ ਉਸ? ਇਹ ਪਤਾ ਨਹੀਂ ਜੀ, ਇਹ ਵੀਡੀਓ ਦਫ਼ਤਰ ਵਾਲਿਆਂ ਨੇ ਨਹੀਂ ਭੇਜੇ ਹੈਗਾ। ਹਾਂ, ਕਹਿੰਦੇ ਹਾਲੇ ਪਿੱਛੇ ਦੇ ਨਹੀਂ ਆਏ। ਆਹ ਛੱਤ ਡਿੱਗੀ ਹੋਈ ਹੈ ਜੀ, ਤਾਂ ਇੱਥੇ ਕੋਈ ਕਿਵੇਂ ਪੈ ਸਕਦਾ? ਥੱਲੋਂ ਬਿਲਕੁਲ ਕੱਚਾ ਹੈ, ਮਿੱਟੀ ਪੱਟੀ ਗਈ ਹੈ, ਸੱਪਾਂ ਨੂੰ ਥਾਂ ਹੋ ਗਿਆ, ਇੱਥੇ ਸੱਪਾਂ ਦੇ ਲੁਕਣ ਨੂੰ ਜਗ੍ਹਾ ਬਣੀ ਹੋਈ ਹੈ। ਤਾਂ ਇੱਥੇ ਕੋਈ ਰਹਿ ਕਿਵੇਂ ਸਕਦਾ? ਸਾਡੀਆਂ ਸਰਕਾਰਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਇੱਕ ਰਾਤ ਇੱਥੇ ਕੱਟ ਕੇ ਦੇਖੋ। ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਤੁਹਾਡੇ ਸਿਰ ਤੇ ਜਿੱਤ ਦਾ ਤਾਜ ਸਜਾਇਆ, ਉਹਨਾਂ ਲੋਕਾਂ ਦੀ ਵੀ ਆ ਕੇ ਮਾੜੀ ਮੋਟੀ ਸਾਰ ਲੈ ਲਵੋ। ਉਹ ਕਿਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ? ਕਿਉਂ ਸਾਡੇ ਲੋਕ ਹਜੇ ਵੀ ਇਹਨਾਂ ਹਾਲਾਤਾਂ ਦੇ ਵਿੱਚ ਜੂ ਰਹੇ ਨੇ? ਸਾਰੀ ਦੁਨੀਆ ਦਾ ਢਿੱਡ ਭਰਨੇ ਵਾਲੀ ਸਿੱਖ ਕੌਮ ਦਾ ਆਪਣੀ ਦਾ ਆਹ ਹਾਲ ਆ। ਤਾਂ ਜਿੱਥੇ ਅਸੀਂ ਦੂਜਿਆਂ ਵਿਦੇਸ਼ਾਂ 'ਚ ਜਾ ਕੇ ਲੰਗਰ ਲਾਉਂਦੇ ਆ, ਉਹ ਦੂਰ ਦੂਰ ਜਿੱਥੇ ਤੱਕ ਕੇਰਲ ਤੱਕ ਜਾ ਕੇ ਹੜ੍ਹ ਆ ਜਾਂਦੇ ਨੇ, ਉੱਥੇ ਤੱਕ ਅਸੀਂ ਲੰਗਰ ਲਾ ਦਿੰਦੇ ਆ। ਵਿਦੇਸ਼ਾਂ 'ਚ ਅਸੀਂ ਫ੍ਰੀ ਫੂਡ ਦੇ ਜਿਹੜੇ ਸਲੋਗਨ ਨੇ ਉਹ ਚਲਾਤੇ ਨੇ, ਪਰ ਸਾਡਾ ਆਪਣੇ ਪੰਜਾਬ ਦੇ ਵਿੱਚ ਸਾਡੇ ਆਹ ਹਾਲਾਤ ਬਣੇ ਹੋਏ ਨੇ।
ਪੰਜਾਬ ਕੇਟਵੀ ਦੇਖ ਰਹੇ ਹੋ। ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਕਿਸੇ ਫਕੀਰ ਦਾ ਦਿੱਤਾ ਸ਼ਰਾਬ ਅਤੇ ਗਰੀਬੀ ਇੱਕ ਸਮਾਨ ਹੁੰਦੀ ਹੈ। ਪਰਮਾਤਮਾ ਜਦੋਂ ਕਿਸੇ ਦੇ ਨਾਲ ਵੈਰ ਕੱਢਦਾ ਆ ਤਾਂ ਉੱਥੇ ਉਸ ਘਰ ਦੇ ਵਿੱਚ ਗਰੀਬੀ ਲਾ ਦਿੰਦਾ ਹੈ। ਤਾਂ ਅਜਿਹੇ ਹੀ ਇੱਕ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਦਾ ਬਹੁਤ ਭਾਰੀ ਨੁਕਸਾਨ ਇਹਨਾਂ ਮੀਂਹਾਂ ਨੇ ਮੌਨਸੂਨ ਨੇ ਕੀਤਾ ਹੈ। ਜਿੱਥੇ ਮੌਨਸੂਨ ਦੇ ਵੱਲੋਂ ਪੰਜਾਬ ਦੇ ਵਿੱਚ ਫਸਲਾਂ ਦਾ ਨੁਕਸਾਨ ਕੀਤਾ ਗਿਆ, ਉੱਥੇ ਹੀ ਮੌਨਸੂਨ ਗਰੀਬ ਘਰਾਂ ਦੇ ਉੱਤੇ ਕਹਿਰ ਬਣ ਕੇ ਢੁਕਿਆ। ਤਾਂ ਜਿਸ ਘਰ ਦੇ ਵਿੱਚ ਅੱਜ ਖੜੇ ਆ, ਉਸ ਘਰ ਦੀ ਛੱਤ ਡਿੱਗੀ ਹੈ ਨਾ ਮੀਂਹਾਂ ਦੇ ਕਰਕੇ, ਅਤੇ ਉਸ ਘਰ ਦੀ ਨੌਜਵਾਨ ਧੀ ਦੇ ਉੱਤੇ ਉਹ ਛੱਤ ਡਿੱਗ ਜਾਂਦੀ ਹੈ, ਜਿਸ ਦਾ ਇਲਾਜ ਚੰਡੀਗੜ੍ਹ ਦੇ 32 ਦੇ ਵਿੱਚ ਜੋ ਹਸਪਤਾਲ ਆ ਉੱਥੋਂ ਚੱਲ ਰਿਹਾ ਆ। ਪਰ ਪਰਿਵਾਰ ਘਰ ਦਾ ਬੇਟੀ ਦਾ ਇਲਾਜ ਕਰਾਉਣ ਤੋਂ ਅਸਮਰਥ ਹੈ ਅਤੇ ਘਰ ਨੂੰ ਮੁੜ ਉਸਾਰਨ ਦੇ ਵਿੱਚ ਵੀ ਅਸਮਰਥ ਹੈ। ਤੇ ਖਾਸ ਗੱਲ ਇਹ ਹੈ ਕਿ ਸਰਕਾਰਾਂ ਜਿਹੜੀਆਂ ਮੌਜੂਦਾ ਅਤੇ ਪੁਰਾਣੀਆਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ, ਉਹ ਵਾਅਦੇ ਇੱਥੇ ਆ ਕੇ ਠੁੱਸ ਜਾਪਦੇ ਨੇ। ਤੇ ਇੱਥੇ ਇਹਨਾਂ ਘਰਾਂ ਦੇ ਵਿੱਚ ਵੋਟਾਂ ਲੈਣ ਤੋਂ ਪਹਿਲਾਂ ਜਿਹੜੇ ਲੀਡਰ ਆ ਕੇ ਇਹਨਾਂ ਘਰਾਂ ਦੇ ਪੁੱਤ ਬਣਦੇ ਨੇ, ਬਾਅਦ ਦੇ ਵਿੱਚ ਕੋਈ ਲੀਡਰ ਇੱਥੇ ਆ ਕੇ ਖੜਦਾ ਵੀ ਨਜ਼ਰ ਨਹੀਂ ਆਉਂਦਾ। ਤਾਂ ਤਸਵੀਰਾਂ ਦਿਖਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਦੇਖ ਲਿਓ ਕਿ ਘਰ ਦਾ ਜੋ ਗੇਟ ਹੈ ਉਹ ਆਪਣੀਆਂ ਕੰਧਾਂ ਦੇ ਉੱਤੇ ਨਹੀਂ ਖੜਾ। ਇਹ ਜਿਹੜੀਆਂ ਕੰਧਾਂ ਨੇ ਇਹ ਪਰਲੇ ਮਕਾਨ ਦੀ ਕੰਧ ਆ, ਇਹ ਪਰਲੇ ਮਕਾਨ ਦੀ ਕੰਧ ਆ। ਇੱਕ ਜਿਹੜਾ ਗੇਟ ਆ ਇਹ ਵੀ ਦੂਜਿਆਂ ਦੀਆਂ ਕੰਧਾਂ ਦੇ ਉੱਤੇ ਖੜਾਇਆ ਹੋਇਆ। ਤਾਂ ਇੱਥੋਂ ਤੁਸੀਂ ਜੋ ਪਰਿਵਾਰ ਦੇ ਨਾਲ ਜਾਂ ਕਿਵੇਂ ਪਰਿਵਾਰ ਜੀ ਰਿਹਾ ਉਸ ਗੱਲਾਂ ਦਾ ਅੰਦਾਜ਼ਾ ਲਗਾ ਸਕਦੇ ਹੋ। ਸਿਰਫ ਇੱਕ ਕਮਰੇ ਵਾਲਾ ਘਰ ਆ ਅਤੇ ਉਹ ਕਮਰਾ ਵੀ ਹਨੇਰੀਆਂ ਨੇ ਅਤੇ ਮੀਂਹ ਨੇ ਡਿੱਗ ਦਿੱਤਾ ਹੈ। ਉਸ ਕਮਰੇ ਦੀ ਛੱਤ ਡਿੱਗ ਚੁੱਕੀ ਹੈ। ਇੱਕ ਰਸੋਈ ਹੈ ਅਤੇ ਇੱਕ ਕਮਰਾ ਹੈ ਜਿਹਦੇ ਵਿੱਚ ਸਾਰਾ ਪਰਿਵਾਰ ਰਹਿੰਦਾ ਅਤੇ ਉਹਦੀ ਛੱਤ ਡਿੱਗ ਚੁੱਕੀ ਹੈ। ਹੁਣ ਪਰਿਵਾਰ ਜੋ ਖੁੱਲ੍ਹੇ ਅਸਮਾਨ ਦੇ ਥੱਲੇ ਜਾਂ ਰਸੋਈ ਦੇ ਵਿੱਚ ਪੈਣ ਨੂੰ ਮਜਬੂਰ ਆ। ਇਸ ਤਪਦੀ ਗਰਮੀ ਦੇ ਵਿੱਚ ਕਿਵੇਂ ਪਰਿਵਾਰ ਆ ਜਿਹੜਾ ਗੁਜ਼ਾਰਾ ਕਰਦਾ ਹੋਵੇਗਾ ਉਹ ਵੀ ਤੁਹਾਨੂੰ ਦਿਖਾਉਂਦੇ ਆ। ਜਿਹੜਾ ਚੁੱਲ੍ਹਾ ਉਹ ਵੀ ਖੁੱਲ੍ਹੇ ਅਸਮਾਨ ਦੇ ਥੱਲੇ ਆ। ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਪਰਿਵਾਰ ਜਾਂ ਘਰ-ਬਾਰ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਮਾਤਾ ਜੀ ਸਾਡੇ ਨਾਲ ਨੇ। ਮਾਤਾ ਜੀ, ਇਹ ਕਿਵੇਂ ਹੋਈ ਹੈ ਜੋ ਘਟਨਾ ਵਾਪਰੀ ਹੈ? ਛੱਤ ਡਿੱਗੀ ਹੈ, ਕਿਵੇਂ ਹੋਈ ਹੈ ਜੀ? ਹਾਂਜੀ, ਇਹ ਰਾਤ ਨੂੰ ਮੀਂਹ ਪਿਆ ਜੀ। ਰਾਤ ਨੂੰ ਮੀਂਹ ਪੈਣ ਕਰਕੇ ਸਾਨੂੰ ਇੰਨਾ ਬਾਹਰ ਜਾਣਕਾਰੀ ਹੈ ਨਹੀਂ ਸੀਗੀ ਵੀ ਛੱਤ ਡਿੱਗ ਜੂਗੀ। ਅਸੀਂ ਅੰਦਰ ਪਏ ਸੀਗੇ, ਦੁਪਹਿਰ ਨੂੰ ਅੰਦਰ ਪਏ। 2 ਵਜੇ ਦੀ ਗੱਲ ਆ ਜੀ। ਇਹ ਛੱਤ ਡਿੱਗੀ ਤਾਂ ਚਾਰੇ ਜੀ ਅੰਦਰ ਸੀਗੇ। ਮੇਰੀਆਂ ਪੱਛੜੀਆਂ ਦਬ ਗਈਆਂ ਜੀ। ਗੁੱਡੀ ਦੇ ਚੂੜਾ ਟੁੱਟ ਗਿਆ ਜੀ। ਉਹ ਛੱਤ ਦੇ ਜਮਾਂ ਹੀ ਥੱਲੇ ਆ ਗਈ। ਹਾਂਜੀ, ਭੈਣ ਦੇ ਉੱਤੇ ਇਹ ਛੱਤ ਡਿੱਗੀ ਹੈ, ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ। ਕਿਵੇਂ ਚੱਲ ਰਿਹਾ ਸਾਰਾ ਕੁਝ? ਇਲਾਜ ਜੀ ਉਹਨਾਂ ਨੇ ਪਿੰਡ ਦੇ ਵਿੱਚੋਂ ਪੈਸੇ ਇਕੱਠਾ ਕੀਤਾ ਜੀ। ਹੁਣ ਇਲਾਜ ਕਰਵਾਇਆ ਜੀ। ਬਾਕੀ ਤਾਂ ਹਜੇ ਗਾਹਾਂ ਨੂੰ ਹੁਣ ਇਲਾਜ ਉਹਦਾ ਚੱਲਣਾ ਜੀ ਕਿ ਅਸੀਂ ਇਲਾਜ ਕਰਵਾਵਾਂਗੇ ਕਿ ਜਗ੍ਹਾ ਪਾਵਾਂਗੇ ਜੀ। ਬਹੁਤ ਧੱਕਾ ਗਰੀਬਾਂ ਸਾਨੂੰ। ਹਾਂਜੀ, ਸਾਡੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਨੇ। ਤਾਂ ਦੱਸ ਦਈਏ ਕਿ ਇਸ ਪਰਿਵਾਰ ਦੇ ਜਿਹੜੇ ਲਾਣੇਦਾਰ ਨੇ ਜਾਂ ਕਹਿ ਲਈਏ ਕਿ ਪਰਿਵਾਰ ਦੇ ਜਿਹੜੇ ਮਾਲਕ ਨੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਅਤੇ ਮਾਤਾ ਜੀ ਨੇ ਜਾਂ ਇਹਨਾਂ ਦੇ ਜਿਹੜੇ ਛੋਟੇ ਬੇਟੇ ਨੇ ਉਹ ਦਿਹਾੜੀ ਕਰਕੇ ਜਿਹੜਾ ਘਰ ਦਾ ਖਰਚਾ ਉਹ ਚਲਾਉਂਦੇ ਨੇ, ਹੈ ਨਾ। ਤਾਂ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਕਰਦੇ ਆ। ਤਾਂ ਕਿੰਨੇ ਮੈਂਬਰ ਨੇ ਘਰ ਦੇ ਵਿੱਚ? ਘਰ ਦੇ ਵਿੱਚ ਇਹ 4 ਮੈਂਬਰ ਆ ਜੀ। ਇੱਕ ਇਹਦੀ ਦੋਹਤੀ ਆ ਤੇ ਇੱਕ ਗੁੱਡੀ ਆ, ਇੱਕ ਮੁੰਡਾ। ਤੇ ਉਹ ਆਪਣੀ ਦਿਹਾੜੀ ਕਮਾ ਕੇ ਸਾਂਝਾਂ ਨੂੰ ਆਪਣੇ ਘਰ ਆਉਂਦਾ, ਉਹਦੇ ਨਾਲ ਇਹਨਾਂ ਦਾ ਗੁਜ਼ਾਰਾ ਚੱਲਦਾ। ਹਾਏ ਤਾਂ ਮੇਰਾ ਇਹ ਛੋਟਾ ਭਰਾ ਏ। ਮੇਰੇ ਭਰਾ ਦੀ ਡੈਥ ਹੋ ਗਈ ਦੀ 2-3 ਸਾਲ ਹੋ ਗਏ। ਤੇ ਹੁਣ ਇਹਦੀਆਂ ਗੁੱਡੀਆਂ 5 ਧੀਆਂ ਇਹਦੇ। 2 ਗੁੱਡੀਆਂ ਦਾ ਵਿਆਹ ਇਹਨੇ ਆਪ ਕਰਿਆ, ਉਹਦੇ ਹੁੰਦੀ 2 ਗੁੱਡੀਆਂ ਦਾ ਹੋ ਗਿਆ। ਤਾਂ ਤੇ ਹੁਣ ਇਹਨਾਂ ਦਾ ਦੱਸੋ ਜੀ ਵੀ ਕੀ ਹੀਲਾ? ਗੌਰਮੈਂਟ ਕੋਈ ਸੁਣ ਨਹੀਂ ਰਹੀ। ਗੌਰਮੈਂਟ ਨੂੰ ਬਥੇਰਾ ਪਹਿਲਾਂ ਕਾਂਗਰਸ ਦੇ ਰਾਜ ਦੇ ਵਿੱਚ 2018 ਦੇ ਵਿੱਚ ਇਹ ਮਕਾਨ ਪਾਸ ਹੋਇਆ ਤਾਂ ਵੀ ਅਸੀਂ ਪੈਸੇ ਭੇਜਾਂਗੇ, ਵੀ 19 ਦੇ ਵਿੱਚ ਤੁਹਾਨੂੰ ਪੈਸੇ ਆ ਜਾਣਗੇ। ਕਿਸੇ ਨੇ ਨਹੀਂ ਪਾਏ, ਪੁੱਛਿਆ ਹੀ ਨਹੀਂ ਕਿਸੇ ਨੇ। ਅੱਛਾ, ਇਹ ਮਕਾਨ ਉਹ ਲਿਸਟ 'ਚ ਆ ਗਿਆ ਜਿਹੜੇ ਪੱਕੇ ਹੋਣੇ ਸੀ 2018 ਦੇ ਵਿੱਚ, ਪਰ ਪੈਸੇ ਨਹੀਂ ਮਿਲੇ ਤੁਹਾਨੂੰ? ਪੈਸੇ ਨਹੀਂ ਮਿਲੇ ਹੈ। ਕਿਉਂ, ਕੀ ਹੋਇਆ ਉਸ ਵੇਲੇ? ਇਹ ਪਤਾ ਨਹੀਂ ਜੀ। ਇਹ ਵੀਡੀਓ ਦਫ਼ਤਰ ਵਾਲਿਆਂ ਨੇ ਨਹੀਂ ਭੇਜੇ ਹੈਗਾ। ਕਹਿੰਦੇ ਹਾਲੇ ਪਿੱਛੇ ਦੇ ਨਹੀਂ ਆਏ। ਸਾਡੇ 6 ਮਕਾਨ ਉਰੇ ਦੇ ਪਾਸ ਹੋਏ ਹੋਏ ਨੇ ਜਿਹੜੇ ਲਿਸਟ ਦੇ ਵਿੱਚ 9 ਆ। ਤੁਹਾਨੂੰ ਲਿਸਟ ਵੀ ਦੇਵਾਂਗੇ। ਤੇ ਉਹ ਇਹਨਾਂ ਨੂੰ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਇਹ ਗੱਲ ਵੀ ਸਾਨੂੰ ਵੋਟਾਂ ਪਾ ਕੇ ਉਹਨਾਂ ਨੇ ਆ ਬਣਾਇਆ। ਨਵੀਂ ਸਰਕਾਰ ਨੂੰ ਵੀ ਸੋਚਣਾ ਚਾਹੀਦਾ। ਹੁਣ ਆਇਆ ਹੈਪੀ ਸਾਹਿਬ MLA ਸਾਹਿਬ ਨੇ ਸਾਡੇ, ਇਹਨਾਂ ਨੇ ਵੀ ਨਹੀਂ ਆ ਕੇ ਇੱਕ ਦਿਨ ਖੜੇ ਆ ਕੇ ਵੀ ਮੈਂ ਖਬਰ ਲੈ ਲਵਾਂ ਗਰੀਬ ਬੰਦਿਆਂ ਦੀ। ਉਹਨਾਂ ਦਾ ਫਰਜ਼ ਬਣਦਾ ਵੀ ਆ ਕੇ ਮੈਂ ਦੇਖਾਂ, ਮੈਨੂੰ ਵੋਟਾਂ ਪਾਈਆਂ ਉਹਨਾਂ ਨੇ ਤਾਂ ਅਸੀਂ ਗਰੀਬ ਬੰਦੇ ਦੀ ਕੋਈ ਮਾੜੀ ਮੋਟੀ ਮਦਦ ਕਰੀਏ। ਪਰ ਨਹੀਂ, ਉਹ ਆਇਆ ਨਹੀਂ ਜੀ ਹੈ। ਇਹ ਜਿਹੜਾ ਪਿੰਡ ਹੈ ਇਹ ਫਤਿਹਗੜ੍ਹ ਸਾਹਿਬ ਦਾ ਹਲਕਾ ਬਸੀ ਪਠਾਣਾ, ਉਸ ਹਲਕੇ ਦੇ ਵਿੱਚ ਪੈਂਦਾ ਪਿੰਡ। ਬਸੀ ਹਲਕੇ ਦੇ ਵਿੱਚ ਪੈਂਦਾ, ਲਾਡਪੁਰੀ ਪਿੰਡ ਦਾ ਨਾਮ ਆ। ਤਾਂ ਇੱਥੋਂ ਦੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ, ਉਹਨਾਂ ਨੇ ਕਿੰਨੀ ਕੁ ਸਹਾਇਤਾ ਕੀਤੀ? ਤੁਸੀਂ ਉਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ? ਉਹਨਾਂ ਨੇ ਕੋਈ ਮਦਦ ਕੀਤੀ? ਤੁਹਾਡੇ ਪਰਿਵਾਰ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਤੁਸੀਂ ਉਹਨਾਂ ਨੂੰ? ਹਾਂ ਜੀ, ਹਾਂ ਕਰਵਾਇਆ। ਉਹਨਾਂ ਨੇ ਮਦਦ ਫਿਰ ਸਾਨੂੰ ਥੋੜ੍ਹੀ 4000 ਰੁਪਏ ਦਿੱਤਾ ਜੀ। 4000 ਰੁਪਏ? ਹਾਂ ਜੀ, 4000 ਰੁਪਏ ਨਾਲ ਦੱਸੋ ਮੈਨੂੰ ਕੀ ਹੋਊਗਾ? ਇਹਨਾਂ ਗਰੀਬ ਬੰਦੇ ਦਾ, ਕੁੜੀ ਦਾ ਆਪਰੇਸ਼ਨ ਐਡਾ ਬੜਾ ਹੋ। ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਭਾਈ ਜੋ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਾਨੂੰ ਕੋਈ ਮਦਦ ਦਵਾਈ ਜਾਵੇ, ਸਾਡੇ ਮਕਾਨ ਪੱਕੇ ਹੋਣ ਤੋਂ ਰਹਿੰਦੇ ਇਹਨਾਂ ਨੂੰ ਪੱਕੇ ਕਰਵਾਏ ਜਾਣ? ਨਹੀਂ ਜੀ, ਉਹ ਸਾਨੂੰ ਕੁਝ ਨਹੀਂ ਕਿਹਾ। ਮੁੰਡੇ ਗਏ ਤੇ ਜੋ ਇਹਦਾ ਮੁੰਡਾ ਗਿਆ ਤੇ ਨਾਲ ਇੱਕ ਮੇਰਾ ਮੁੰਡਾ ਤਾਂ ਉਹ ਚੰਡੀਗੜ੍ਹ ਨੇ।
ਮੈਂ ਤਾਂ ਖੈਰ ਗਿਆ ਨਹੀਂ ਹੈਗਾ ਉਹਦੇ ਕੋਲ, ਨਹੀਂ ਉਹਨੂੰ ਆਪਾਂ ਸਵਾਰ ਕੇ ਸਮਝਾਉਂਦੇ ਵੀ ਭਾਈ ਤੂੰ ਗਰੀਬ ਬੰਦੇ ਇਹਨਾਂ ਦੀ ਕੋਈ ਮਾੜੀ ਮੋਟੀ ਮਦਦ ਕਰਾ। ਉਹਨੇ ਬੰਦੇ ਫਿਰ ਮੇਰਾ ਖਿਆਲ ਕਹਿੰਦਾ ਮੈਂ ਡੀਸੀ ਨੂੰ ਭੇਜੂੰਗਾ ਜੀ, ਤੇ ਆਪਣੇ ਤਹਿਸੀਲਦਾਰ ਨੇ ਬੰਦੇ ਭੇਜੇ ਤੇ ਪਟਵਾਰੀ ਕਾਨੂੰਗੋ ਆ ਕੇ ਗਏ ਨੇ ਵੀ ਇਹਦਾ ਜੋ ਬਰਸਾਤ ਦਾ ਹੈ ਪੈਸੇ, ਬਰਸਾਤੀ ਪੈਸੇ ਇਹਨਾਂ ਨੂੰ ਮਿਲਣਗੇ। ਦੇਖੋ ਕਦ ਭੇਜਣਗੇ। ਮਕਾਨ ਉਸ ਲਿਸਟ ਦੇ ਵਿੱਚ ਆ ਜਾਂਦਾ ਹੈ ਜਿਹੜੇ ਕਾਂਗਰਸ ਸਰਕਾਰ ਵੇਲੇ ਮਕਾਨ ਜਾਂ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੇਲੇ ਜਿਹੜੇ ਮਕਾਨ ਪੱਕਿਆਂ ਕੀਤੇ ਜਾਂਦੇ ਸੀ, ਉਸ ਲਿਸਟ ਦੇ ਵਿੱਚ ਇਸ ਮਕਾਨ ਦਾ ਨਾਮ ਹੈ, ਇਹਨਾਂ ਦਾ ਮਕਾਨ ਉਸ ਲਿਸਟ ਦੇ ਵਿੱਚ ਆਉਂਦਾ ਹੈ। ਪਰ ਸਰਕਾਰੀ ਤੰਤਰ ਦੇ ਵੱਲੋਂ ਅੱਜ ਤੱਕ ਕਦੇ ਵੀ ਨਾ ਤਾਂ ਇਹਨਾਂ ਨੂੰ ਰਾਸ਼ੀ ਮੁਹੱਈਆ ਕਰਵਾਈ ਗਈ ਹੈ, ਨਾ ਇਸ ਮਕਾਨ ਨੂੰ ਪੱਕਿਆਂ ਕਰਵਾਇਆ ਗਿਆ। ਬਿਲਕੁਲ ਕੱਚਾ ਮਕਾਨ ਹੈ, ਛੱਤ ਤੁਸੀਂ ਦੇਖ ਸਕਦੇ ਹੋ ਜਿਹੜੀ ਡਿੱਗ ਚੁੱਕੀ ਹੈ। ਤੇ ਉਸ ਤੋਂ ਬਾਅਦ ਮੌਜੂਦਾ ਸਰਕਾਰ ਹੈ ਜਿਹੜੀ, ਉਹਨਾਂ ਦੇ ਜਿਹੜੇ ਐਮਐਲਏ ਦੇ ਕੋਲ ਜਦੋਂ ਇਹ ਗਏ ਤਾਂ ਉਹਨਾਂ ਐਮਐਲਏ ਨੇ ਪੱਲਿਓਂ ਜਾਂ ਜਿਹੜੇ 4000 ਰੁਪਈਆ ਦੇਤਾ, ਤਾਂ 4000 ਰੁਪਈਏ ਵਿੱਚ ਕੀ ਇਸ ਘਰ ਦੀ ਛੱਤ ਦੁਬਾਰਾ ਪੈ ਜੂਗੀ? ਕੀ ਇਸ ਘਰ ਦੀ ਛੱਤ ਹੈ ਜਿਹੜੀ ਕੰਧਾਂ ਨੇ ਉਹ ਦੁਬਾਰਾ ਹੋ ਜਾਣਗੀਆਂ? ਇਹ ਜਿਹੜੇ ਲੀਡਰ ਨੂੰ ਸੋਚਣਾ ਚਾਹੀਦਾ ਕਿ 4000 ਰੁਪਏ ਦੀ ਮਦਦ ਦੇ ਨਾਲ, ਜਾਂ ਜਿਹੜੇ ਲੀਡਰ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਘਰਾਂ ਵਿੱਚ ਆ ਕੇ ਰਹਿੰਦੇ ਨੇ, ਰੋਟੀਆਂ ਖਾਂਦੇ ਨੇ, ਰਾਤਾਂ ਰੁਕਦੇ ਨੇ, ਤਾਂ ਕਹਿੰਦੇ ਨੇ ਅਸੀਂ ਤੁਹਾਡੇ ਘਰਾਂ ਦੇ ਪੁੱਤਾਂ, ਅਸੀਂ ਵੀ ਤੁਹਾਡੇ ਵਰਗੇ ਹੀ ਹਾਂ, ਤੁਹਾਡੇ 'ਚ ਵੀ ਉੱਠੇ ਹੋਏ ਹਾਂ। ਆਮ ਆਦਮੀ ਪਾਰਟੀ ਸਰਕਾਰ ਤਾਂ ਕਹਿੰਦੀ ਹੋਇਆ ਕਿ ਅਸੀਂ ਗਰੀਬ ਘਰਾਂ ਦੇ ਧੀਆਂ ਪੁੱਤਾਂ, ਤਾਂ ਉਸ ਗਰੀਬ ਘਰਾਂ ਦੇ ਧੀਆਂ ਪੁੱਤਾਂ ਨੂੰ ਜਾਂ ਉਸ ਸਰਕਾਰ ਨੂੰ ਇਹਨਾਂ ਘਰਾਂ ਦੇ ਹਾਲਾਤਾਂ ਵੱਲ ਵੀ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਵੋਟਾਂ ਤੋਂ ਪਹਿਲਾਂ ਜਿਹੜੇ ਤੁਸੀਂ ਗੱਲਾਂ ਕਰਦੇ ਸੀ ਤਾਂ ਕੀ ਉਹਨਾਂ ਦੇ ਉੱਤੇ ਹੁਣ ਤੁਸੀਂ ਬੂਰ ਪਾ ਰਹੇ ਹੋ? ਮਾਤਾ ਜੀ, ਜਿਹੜੀ ਭੈਣ ਦੇ ਉੱਤੇ ਛੱਤ ਡਿੱਗੀ ਹੈ ਉਹਨਾਂ ਦੀ ਹਾਲਤ ਕਿਵੇਂ ਹੈ ਹੁਣ ਜੀ? ਹਾਲਤ ਜੀ ਉਹਨਾਂ ਦੀ ਬਹੁਤ ਖਰਾਬ ਆ ਜੀ। ਅੱਜ ਆਪਰੇਸ਼ਨ ਹੋਇਆ ਅੱਜ ਗੁੱਡੀ ਦਾ। ਹਾਂਜੀ, ਮੈਂ ਤਾਂ ਗਈ ਨਹੀਂ ਹੈਗੀ, ਕਹਿੰਦੇ ਵੀ ਤੂੰ ਦੇਖ ਨਹੀਂ ਹੋਣਾ, ਮੇਰੇ ਬੱਚੀਆਂ ਨੇ ਉੱਥੇ। ਹਾਂਜੀ, ਕੋਈ ਰਹਿਣ ਵਾਲਾ ਵੀ ਨਹੀਂ ਹੈਗਾ। ਗੁੱਡੀ ਜਾਂ ਮੇਰੇ ਜਵਾਈ ਨੇ ਜੀ ਰਹਿੰਦੇ ਨੇ ਕੋਲ। ਚੁੱਲ੍ਹਾ ਵੀ ਬਾਹਰੇ ਪਿਆ ਹੈ ਖੁੱਲੀ ਛੱਤ ਦੇ ਥੱਲੇ, ਤਾਂ ਰੋਟੀ ਇੱਥੇ ਉੱਥੇ ਪਕਾਉਣੇ ਬਾਹਰ? ਹਾਂ ਜੀ, ਰੋਟੀ ਬਾਹਰੇ ਲਾਉਣੇ ਆ ਜੀ। ਮੀਂਹ ਗਿਣੀ ਦੇ ਵਿੱਚ ਕਿਵੇਂ ਕਰਦੇ? ਹਾਂ, ਮੀਂਹ ਵਿੱਚ ਵੀ ਇੱਥੇ ਰੋਟੀ ਬਾਹਰੇ ਪਕਾਉਣੇ ਆ ਜੀ। ਹਾਂ ਜੀ। ਅੱਛਾ, ਹੁਣ ਜਿਵੇਂ ਛੱਤ ਡਿੱਗ ਗਈ ਜੀ, ਤਾਂ ਹੁਣ ਪੈਂਦੇ ਕਿੱਥੇ ਹੋ? ਰਹਿਣ ਦਾ ਕਿੱਥੇ ਕਰਦੇ ਹੋ? ਜਾਂ ਰਸੋਈ ਆ ਬਸ, ਹੋਰ ਮਕਾਨ ਤਾਂ ਕਮਰਾ ਤਾਂ ਹੈ ਨਹੀਂ? ਹਾਂ ਜੀ, ਉਧਰ ਭਰਾ ਦਾ ਮੇਰਾ ਛੋਟਾ ਰਹਿੰਦਾ ਕਹਾਂ, ਉਹਨਾਂ ਦੇ ਅੰਦਰ ਇਹਨਾਂ ਨੂੰ ਸ਼ਿਫਟ ਕੀਤਾ, ਉੱਥੇ ਪੈਂਦੇ ਨੇ ਇਹ। ਅੱਛਾ, ਮਤਲਬ ਆਪਣਾ ਘਰ ਛੱਡ ਕੇ ਹੁਣ ਦੂਜੇ ਦੇ ਘਰ ਦੇ ਵਿੱਚ ਜਾ ਕੇ ਪੈਣਾ? ਦੂਜੇ ਦੇ ਘਰ ਜਾ ਕੇ ਪੈਂਦੇ ਆ, ਪ੍ਰਾਹੁਣਿਆਂ ਨੇ ਵੀ ਪੈਣਾ, ਆ ਕੇ ਗੁੱਡੀਆਂ ਨੇ ਵੀ ਆਉਣਾ। ਤੇ ਦੱਸੋ ਵੀ ਉਹਨਾਂ ਨੇ ਵੀ ਆਪਣੇ ਬੱਚੇ ਪਾਲਣੇ ਆ, ਉਹਨਾਂ ਦਾ ਵੀ ਫਿਰ ਔਖਾ। ਉਹਨਾਂ ਕੋਲ ਵੀ 2 ਕਮਰੇ ਆ। ਉਹਨਾਂ ਨੇ ਫੇਰ ਵੀ ਇੰਨੀ ਦੀ ਮਦਦ ਲੈ ਕੇ ਭਾਈ ਉਰੇ ਬੈਠੋ, ਆਪਾਂ ਰਲ ਮਿਲ ਕੇ ਆਪਣਾ ਟਾਈਮ ਕੱਢਦੇ ਆ। ਗੁੱਡੀ ਨੇ ਵੀ ਆਉਣਾ ਜੀ, ਕੱਲ ਗੁੱਡੀ ਦੀ ਅਸੀਂ ਕਿੱਥੇ ਪਾਉਣੀ ਆ? ਗੁੱਡੀ ਨੇ ਵੀ ਆਉਣਾ ਜੀ, ਹਸਪਤਾਲ ਚੋਂ ਛੁੱਟੀ ਹੋਊਗੀ, ਉਹਦੇ ਬਾਰੇ ਵੀ ਦੇਖਣਾ ਮੈਂ ਕਿੱਥੇ ਪਾਉਂਗੀ ਉਹਨੂੰ। ਸਾਂਭ ਸੰਭਾਲ ਵੀ ਕਰਨੀ ਹੈ? ਹਾਂ ਜੀ, ਹਾਂ, ਸਾਂਭ ਸੰਭਾਲ ਕਰਨੀ ਆ ਉਹਨਾਂ ਦੀ। ਇਹ ਨਹੀਂ ਪਤਾ ਵੀ ਹੁਣ ਡਾਕਟਰ ਕਿੰਨਾ ਕੁ ਦਿਨ ਉਹਨੂੰ ਬੈੱਡ ਰੈਸਟ ਦੱਸਣਗੇ। ਹਾਂ ਜੀ। ਇੱਥੇ ਬੈੱਡ ਵੀ ਨਹੀਂ ਹੈਗਾ, ਮਿੰਜੇ ਉੱਤੇ ਹੀ ਪੈਂਦੇ ਸੀ? ਬੈੱਡ ਟੁੱਟ ਗਏ ਜੀ। ਟੁੱਟ ਗਏ ਜੀ, ਬਾਹਰ ਪਏ। ਹਾਂ ਜੀ, ਮੰਜੇ ਵੀ, ਬੈੱਡ ਵੀ ਟੁੱਟ ਗਏ ਜੀ? ਬੈੱਡ ਵੀ ਟੁੱਟ ਗਏ, ਮੰਜੇ ਪਏ ਤੇ 2 ਉਹ ਵੀ ਟੁੱਟ ਗਏ, ਜਾਂ ਬਾਹਰ ਪਏ ਨੇ, ਦੇਖ ਲਓ। ਪੱਖਾ ਵੀ ਟੁੱਟ ਗਿਆ? ਹਾਂ ਜੀ, ਸਾਰਾ ਕੁਝ ਖਤਮ ਹੋ ਗਿਆ ਜੀ। ਪਰਿਵਾਰ ਨੂੰ ਆਪਣਾ ਘਰ ਛੱਡ ਕੇ ਪੈਣ ਵਾਸਤੇ ਆਪਣੇ ਜਿਹੜੇ ਦੂਸਰੇ ਸਕੇ ਸੰਬੰਧੀ ਨੇ, ਭਰਾ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਪੈਣਾ ਪੈਂਦਾ। ਪਰ ਆਖਰ ਕਦੋਂ ਤੱਕ ਪੈਣਗੇ? ਜਾਂ ਜਿਹੜੀ ਭੈਣ ਹਸਪਤਾਲ ਦੇ ਵਿੱਚ ਅੱਜ ਦਾਖਲ ਹੈ, ਜਦੋਂ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਘਰੇ ਆਊਗੀ, ਉਹਨੂੰ ਕਿੱਥੇ ਰੱਖਿਆ ਜਾਊਗਾ? ਜਾਂ ਕਦੋਂ ਤੱਕ ਇਹ ਦੂਜੇ ਦੇ ਘਰ ਦੇ ਵਿੱਚ ਜਾ ਕੇ ਪੈਂਦੇ ਰਹਿਣਗੇ? ਵੋਟਾਂ ਤੋਂ ਪਹਿਲਾਂ ਤਾਂ ਇਸ ਹਲਕੇ ਦੇ ਵਿੱਚ ਜਿਹੜੇ ਵਿਧਾਇਕ ਨੇ, ਉਹਨਾਂ ਨੇ ਵੋਟਾਂ ਤੋਂ ਪਹਿਲਾਂ ਇਹ ਗੱਲ ਆਖੀ ਸੀ ਕਿ ਅਸੀਂ ਇੱਕ ਪਰਿਵਾਰ ਨੂੰ 9-9000 ਰੁਪਇਆ ਦੇਵਾਂਗੇ, ਜਾਂ 1000 ਰੁਪਈਆ ਜਿਹੜਾ ਬੀਬੀਆਂ ਨੂੰ ਮਿਲਣਾ। ਤਾਂ ਉਹ ਇਸ ਤਰ੍ਹਾਂ ਗਣਾ ਕੇ ਗਏ ਸੀ ਕਿ ਜਿਹੜੀ ਪੈਨਸ਼ਨ ਹੈ ਉਹ ਵਧਾ ਦੇਣੀ ਹੈ, ਉਹ 1500 ਤੋਂ 2500 ਹੋ ਜਾਣੀ ਹੈ। 2 ਜਣੇ ਦੀ ਪੈਨਸ਼ਨ ਜੋੜ ਕੇ 5000 ਰੁਪਏ ਬਣ ਜਾਣਾ ਹੈ, ਤਾਂ 1000 ਰੁਪਏ ਬੀਬੀਆਂ ਨੂੰ। ਤਾਂ ਇਦਾਂ ਕਰਕੇ 8-9000 ਰੁਪਇਆ ਉਹ ਗਣਾ ਕੇ ਜਾਂਦੇ ਰਹੇ ਨੇ ਬੀਬੀਆਂ ਨੂੰ ਕਿ ਤੁਹਾਨੂੰ ਇੰਨਾ ਰੁਪਈਆ ਪਰ ਮੰਥ ਆਇਆ ਕਰੂਗਾ। ਪਰ ਉਹ ਪੈਸੇ ਤਾਂ ਇਹਨਾਂ ਲੋਕਾਂ ਨੂੰ ਕੀ ਮਿਲਣੇ ਨੇ? ਜਦੋਂ ਲੋੜ ਪਈ ਹੈ, ਜਦੋਂ ਘਰ ਦੀਆਂ ਛੱਤਾਂ ਡਿੱਗੀਆਂ ਨੇ, ਉਦੋਂ ਇੱਥੇ ਆ ਕੇ ਉਹਨਾਂ ਨੇ ਖੜੇ ਤੱਕ ਨਹੀਂ ਹੈਗੇ ਲੀਡਰ। ਤਾਂ ਇੱਥੇ ਆ ਕੇ ਕਿਸੇ ਲੀਡਰ ਨੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ, ਚਾਹੇ ਉਹ ਸੱਤਾ ਵਾਲੀ ਧਿਰ ਹੈ, ਚਾਹੇ ਵਿਰੋਧੀ ਧਿਰ ਹੈ। ਕਿਸੇ ਨੇ ਆ ਕੇ ਇਹਨਾਂ ਦੀ ਮਦਦ ਕਰਨ ਦੀ ਨਹੀਂ ਸੋਚੀ। ਆਹ ਛੱਤ ਡਿੱਗੀ ਹੋਈ ਹੈ ਜੀ, ਤਾਂ ਇੱਥੇ ਕੋਈ ਕਿਵੇਂ ਪੈ ਸਕਦਾ? ਥੱਲੋਂ ਬਿਲਕੁਲ ਕੱਚਾ ਹੈ, ਮਿੱਟੀ ਪੱਟੀ ਗਈ ਹੈ, ਸੱਪਾਂ ਨੂੰ ਥਾਂ ਹੋ ਗਿਆ, ਇੱਥੇ ਸੱਪਾਂ ਦੇ ਲੁਕਣ ਨੂੰ ਜਗ੍ਹਾ ਬਣੀ ਹੋਈ ਹੈ। ਤਾਂ ਇੱਥੇ ਕੋਈ ਰਹਿ ਕਿਵੇਂ ਸਕਦਾ? ਸਾਡੀਆਂ ਸਰਕਾਰਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਇੱਕ ਰਾਤ ਇੱਥੇ ਕੱਟ ਕੇ ਦੇਖੋ। ਵੋਟਾਂ ਤੋਂ ਪਹਿਲਾਂ ਤਾਂ ਤੁਸੀਂ ਬਹੁਤ ਬਣਦੇ ਹੋ ਕਿ ਹਾਂ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ, ਹੁਣ ਆ ਕੇ ਤੁਸੀਂ ਇੱਕ ਰਾਤ ਇੱਥੇ ਕੱਟ ਕੇ ਦੇਖੋ ਕਿ ਇਹਨਾਂ ਹਾਲਾਤਾਂ ਦੇ ਵਿੱਚ ਰਹਿਣਾ ਕਿੰਨਾ ਕੁ ਔਖਾ ਆ। ਤੁਹਾਨੂੰ ਫੇਰ ਪਤਾ ਲੱਗੂਗਾ। ਲਾਮ ਲਸ਼ਕਰ ਲੈ ਕੇ ਘੁੰਮਣਾ ਬਹੁਤ ਸੌਖਾ, ਵੱਡੀਆਂ ਗੱਡੀਆਂ ਦੇ ਵਿੱਚ ਜਾਂ ਮਹਿਲਾਂ ਦੇ ਵਿੱਚ ਐਸ਼ੋ ਆਰਾਮ ਕਰਨਾ ਬਹੁਤ ਸੌਖਾ ਹੈ। ਪਰ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਤੁਹਾਡੇ ਸਿਰ ਤੇ ਜਿੱਤ ਦਾ ਤਾਜ ਸਜਾਇਆ, ਉਹਨਾਂ ਲੋਕਾਂ ਦੀ ਵੀ ਆ ਕੇ ਮਾੜੀ ਮੋਟੀ ਸਾਰ ਲੈ ਲਵੋ। ਉਹ ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ। ਸੱਪਾਂ ਦੇ ਲੁਕਣ ਨੂੰ, ਚੂਹਿਆਂ ਦੇ ਲੁਕਣ ਨੂੰ, ਜਾਂ ਹੋਰ ਜਿਹੜੇ ਜ਼ਹਿਰੀਲੇ ਜਿਹੜੇ ਕੀੜੇ ਨੇ ਉਹਨਾਂ ਦੇ ਲੁਕਣ ਨੂੰ ਜਿਹੜੇ ਉਰੇ ਥਾਂ ਹੋਈ ਪਈ ਹੈ। ਆਮ ਬੰਦੇ ਦੇ ਰਹਿਣ ਵਾਲੀ ਜਗ੍ਹਾ ਨਹੀਂ। ਸਿਰਫ ਪਰਿਵਾਰ ਦੇ ਕੋਲ ਨਾਲ ਇੱਕ ਰਸੋਈ ਹੈ ਜਿੱਥੇ ਪਰਿਵਾਰ ਮੰਨ ਲਓ ਆਪਣਾ ਜਿਹੜਾ ਖਾਣਾ ਪਾਣੀ ਉਹ ਪਕਾ ਸਕਦਾ। ਖੁੱਲ੍ਹੇ ਦੇ ਵਿੱਚ ਜਿਹੜਾ ਚੁੱਲ੍ਹਾ ਪਰਿਵਾਰ ਦਾ, ਉੱਥੇ ਜਿਹੜਾ ਰੋਟੀ ਪਾਣੀ ਉਹ ਪੱਕਦਾ। ਜਿਹੜਾ ਪਖਾਨਾ ਹੈ ਉਹ ਵੀ ਕੱਚਾ ਹੈ। ਤਾਂ ਸਰਕਾਰਾਂ ਆਖਿਰ ਕਰ ਕੀ ਰਹੀਆਂ ਨੇ? ਤਾਂ ਇਹਨਾਂ ਦੇ ਵੱਲ ਕਦੋਂ ਧਿਆਨ ਦੇਣਗੀਆਂ ਸਾਡੀਆਂ ਸਰਕਾਰਾਂ? ਸੁੱਤੀਆਂ ਸਰਕਾਰਾਂ ਨੂੰ ਜਾਗਣ ਦੀ ਲੋੜ ਹੈ। ਮਾਤਾ ਜੀ, ਮੈਂ ਇਹ ਪੁੱਛਣਾ ਚਾਹੁੰਦਾ ਕਿ
ਜਿਵੇਂ ਹੁਣ ਭੈਣ ਨੂੰ ਉਰੇ ਲੈ ਕੇ ਆਉਂਗੇ ਜਾਂ ਦੇਖਭਾਲ ਜਿਹੜੀ ਕਰੋਗੇ ਹਨਾ, ਖਰਚਾ ਪਾਣੀ ਜਿਹੜਾ ਉਹ ਕਿਵੇਂ ਚੱਲ ਰਿਹਾ, ਜਾਂ ਜਿਵੇਂ ਹੁਣ ਉੱਥੇ ਹਸਪਤਾਲ ਦੇ ਵਿੱਚ ਵੀ ਬਹੁਤ ਖਰਚਾ ਆ ਰਿਹਾ, ਇੱਥੇ ਵੀ ਬਹੁਤ ਖਰਚੇ ਦੀ ਲੋੜ ਹੈ, ਪਰਿਵਾਰ ਵੀ ਪਾਲਣਾ ਹੈ, ਪਰਿਵਾਰ ਨੂੰ ਵੀ ਚਲਾਉਣਾ। ਹਾਂਜੀ ਖਰਚਾ ਜੀ ਆਪਣੇ ਆਲੇ ਦੁਆਲੇ ਪਿੰਡ ਦੇ ਨੇ ਦਿੱਤਾ ਸੀਗੀ ਮਦਦ ਜੀ। ਹਾਂਜੀ ਗਾਂ ਹੁਣ ਦੇਖੋ ਜੀ ਕਿਵੇਂ ਚਲਾਵਾਂਗੇ, ਹੁਣ ਇਹਨਾਂ ਨੂੰ ਪਤਾ ਜੀ ਹੈ ਹਾਂਜੀ। ਪਾਣੀ ਜੋ ਵੀ ਹੈਗਾ ਮਾੜਾ ਮੋਟਾ ਦਿੰਦੇ ਨੇ, ਇਹ ਨਹੀਂ ਗੱਲ, ਅਸੀਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਵੀ ਜਿਹੜੇ ਸਾਰੇ ਰਲ ਮਿਲ ਕੇ ਮਾੜਾ ਮੋਟਾ ਇਹਦਾ ਗਰੀਬ ਪਰਿਵਾਰ ਦਾ ਇਹਨਾਂ ਤੋਂ ਕਰਦੇ ਨੇ ਮਾੜਾ ਮੋਟਾ ਵੀ ਭਾਈ ਆਪਣਾ ਰੋਟੀ ਪਾਣੀ ਚਲਾਓ। ਹੁਣ ਉਹ ਤਾਂ ਉੱਥੇ ਬੈਠਿਆਂ ਦਾ ਰੁਪਈਏ ਠਾਠਾ ਲੱਗਦੇ ਆ ਉੱਥੇ। ਕਰਜ਼ਾ ਹੈ ਪਰਿਵਾਰ ਦੇ? ਕਰਜ਼ਾ ਹੈਗਾ ਕੁਛ? ਕਰਜ਼ਾ ਨਹੀਂ ਹੈਗਾ, ਜੇ ਕਰਜ਼ਾ ਹੁੰਦਾ ਫਿਰ ਤਾਂ ਜਮਾਂ ਹੀ ਪੱਟੇ ਗਏ ਤੇ। ਵੀ ਦੱਸੋ ਹੁਣ ਇਹਨੂੰ ਕੋਈ ਮਾੜੀ ਮੋਟੀ ਮਦਦ ਮਿਲਣੀ ਚਾਹੀਦੀ ਹੈ ਗੌਰਮੈਂਟ। ਰੋਟੀ ਪਾਣੀ ਚੱਲਦਾ ਘਰ ਦਾ, ਜਿਵੇਂ ਆਮ ਖਰਚਾ ਚੱਲਦਾ, ਉਹ ਜਿਹੜਾ ਮੁੰਡਾ ਕਮਾਉਂਦਾ ਸਿਰਫ ਦਿਹਾੜੀ ਜੋਤਾ ਕਰਦਾ ਉਹਦੇ ਸਿਰ ਤੇ ਹੀ ਹੈ। ਉਹਦੇ ਸਿਰ ਤੇ ਹੀ ਆ, ਹੋਰ ਕੋਈ ਕਮਾਉਣ ਵਾਲਾ ਹੈ ਹੀ ਨਹੀਂ। ਹੋਰ ਕਮਾਉਣ ਵਾਲੇ ਨੇ ਨਾ ਜੀ। ਜਿਹੜਾ ਲਾਣੇਦਾਰ ਨੇ ਉਹ ਲਾਣੇਦਾਰ ਤਾਂ 3 ਸਾਲ ਹੋ ਗਏ ਜੀ। ਹੁਣ ਇਹਨਾਂ ਦਾ ਦੱਸੋ ਵੀ ਕੀ ਕੋਈ ਹੱਲ ਹੋਣਾ ਚਾਹੀਦਾ, ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਬਾਰੇ ਵੀ ਕੋਈ ਦੇਖਣਾ। ਵੋਟਾਂ ਤੋਂ ਪਹਿਲਾਂ ਲੀਡਰ ਆਏ ਹੋਣਗੇ, ਇਕੱਲੇ ਆਮ ਆਦਮੀ ਪਾਰਟੀ ਦੇ ਨਹੀਂ, ਬਾਕੀ ਸਾਰੇ ਆਏ ਹੋਣਗੇ। ਹਾਂਜੀ, ਹਾਂਜੀ। ਉਹਨਾਂ ਨੂੰ ਇਹ ਗੱਲਾਂ ਤੁਸੀਂ ਦੱਸਦੇ ਤਾਂ ਹੋਵੋਗੇ ਭਾਈ ਵੀ ਸਾਡੇ ਆ ਹਾਲਾਤ ਨੇ, ਸਾਨੂੰ ਵੀ ਸਿਸਟਮ ਨੂੰ ਕੁਝ ਕਰੋ ਠੀਕ। ਦਿਖਾਇਆ ਹੋਇਆ ਵੀ ਹੈ, ਪਰ ਅਗਲਾ ਦੇਖ ਕੇ ਚਲੇ ਜਾਂਦਾ ਹਾਂ ਜੀ ਅਸੀਂ ਕਰਾਂਗੇ ਜੀ, ਮੁੜ ਕੇ ਕੋਈ ਝਾਕਦਾ ਵੀ ਨਹੀਂ ਇੱਧਰ ਨੂੰ। ਹੁਣ ਮੈਂ ਤੁਹਾਨੂੰ ਦਿਖਾਊਂਗਾ ਇੱਥੇ ਦੇ ਹਾਲਤ ਸਾਡੇ ਲੋਕਾਂ ਦੀ, ਆਹ ਵਿਹੜੇ ਦਾ ਲਾ ਕੇ ਤੁਹਾਨੂੰ ਸਾਰੀ ਹਾਲਤ ਦਿਖਾਊਂਗਾ ਵੀ ਦੇਖੋ ਵੀ ਲੋਕ ਕਿਵੇਂ ਰਹਿੰਦੇ ਆ। ਜੇ ਮਾੜਾ ਜਿਹਾ ਮੀਂਹ ਪੈ ਜਾਵੇ ਤਾਂ ਪਾਣੀ ਅੰਦਰਾਂ 'ਚ ਵੜਦਾ, ਕਿੱਥੇ ਬੈਠੂਗਾ। ਕੰਧਾਂ ਵੀ ਜਿਹੜੀ ਚਣਾਈ ਹੈ ਉਹ ਮਿੱਟੀ 'ਚ ਕੀਤੀ ਹੋਈ ਹੈ, ਜਿਹੜੀ ਆਹ ਕੰਧਾਂ ਨੇ ਇਹ ਵੀ ਪਰਲੇ ਮਕਾਨ ਦੀਆਂ ਨੇ, ਇਹਨਾਂ ਦੇ ਆਪਣੇ ਪਰਲੇ ਮਕਾਨ ਆਪਣੀ ਨਹੀਂ ਹੈ, ਇਹ ਪਰਲੇ ਮਕਾਨ ਦੀਆਂ ਨੇ। ਇਹਨਾਂ ਦੀ ਤਾਂ ਆਹੀ ਦੇਖ ਲਓ ਕੱਚੀਆਂ ਕੰਧਾਂ ਨੇ, ਮਿੱਟੀ ਚਣਾਈ ਕੀਤੀ ਹੋਈ। ਨਾ ਜੀ ਨਾ, ਲਪਾਈ ਕਰਨੇ ਜੋਗੇ ਹੈ ਉਹ ਨਹੀਂ। ਉਹ ਮੁੰਡਾ ਤਾਂ ਹੁਣ ਲੱਗਿਆ ਕੰਮ ਕਰਨ। ਜਿਹੜੀ ਛੱਤ ਉਹ ਵੀ ਪੁਰਾਣੀ ਇੱਟਾਂ ਵਾਲੀ। ਹਾਂਜੀ ਹਾਂਜੀ, ਇੱਟਾਂ ਵਾਲੀ ਆ ਉਹ ਵੀ। ਇਹ ਕਿੰਨਾ ਕੁ ਚਿਰ ਹੋ ਗਿਆ ਮਕਾਨ ਪਾਏ ਨੂੰ? ਇਹ ਮਕਾਨ ਪਏ ਨੂੰ 20 ਸਾਲ ਹੋ ਗਏ ਜੀ। 20 ਸਾਲ ਤੋਂ ਇਦਾਂ ਹੀ? ਹਾਂਜੀ। ਇਹ ਇਹਨਾਂ ਦੇ ਕੋਈ ਹੋਰ ਕਮਾਉਣ ਵਾਲਾ ਹੈ ਨਹੀਂ, ਤਾਂ ਗੁੱਡੀਆਂ 5 ਦੀਆਂ ਬਣਾਉਣ ਵਾਲੀਆਂ। ਮੁੰਡਾ ਛੋਟਾ ਸਾਰਿਆਂ ਨਾਲੋਂ, ਉਹ ਹੁਣ ਮਾੜਾ ਮੋਟਾ ਦਿਹਾੜੀ ਜੋਤਾ ਲੱਗਿਆ ਜਾਣ, ਉਹਦੇ ਨਾਲ ਇਹਨਾਂ ਦਾ ਮਾੜਾ ਮੋਟਾ ਗੁਜ਼ਾਰਾ ਚੱਲਦਾ। ਕੁਛ ਇਹ ਉਰੇ ਘਰਾਂ 'ਚ ਕੰਮ ਕਰਦੀ ਹੈ ਮਾੜਾ ਮੋਟਾ, ਇਹਨਾਂ ਦੀ ਮਾਂ ਨਿਆਣਿਆਂ ਦੀ। ਹਾਂ, ਇਹਨਾਂ ਦਾ ਗੁਜ਼ਾਰਾ ਚੱਲੀ ਜਾਂਦਾ। ਇਹਨਾਂ ਹਾਲਾਤਾਂ ਦੇ ਵਿੱਚ ਫਿਰ ਭੈਣਾਂ ਦੇ ਵਿਆਹ ਕਿਵੇਂ ਕੀਤੇ ਨੇ? ਵਿਆਹ ਤਾਂ ਜੀ ਚੁੰਨੀ ਚੜਾਵਾ ਕਰਿਆ ਸੀਗਾ ਕੁੜੀਆਂ ਦਾ ਜੀ। ਹਾਂਜੀ ਇੰਨੇ ਜੋਗੇ ਹੈ ਨਹੀਂ ਸੀਗੇ। ਡੈਡੀ ਇਹਨਾਂ ਦਾ 3 ਸਾਲ ਹੋ ਗਏ ਮੁੱਕੇ ਨੂੰ। ਹੁਣ ਇੱਕ ਗੁੱਡੀ ਦਾ ਪਹਿਲਾਂ ਵਿਆਹ ਕਰਿਆ 6 ਮਹੀਨੇ ਹੋ ਗਏ। ਹਾਂਜੀ ਦੋਤੀ ਵੀ ਫਿਰ ਆਪਣੇ ਕੋਲੇ ਰਹਿੰਦੀ? ਹਾਂਜੀ ਦੋਤੀ ਆਪਣੇ ਕੋਲ ਰਹਿੰਦੇ। ਹਾਂਜੀ ਮੈਂ ਪੜਾਉਣੀ ਜੀ ਗੁੱਡੀ ਆਪਣੇ ਦੁਆਰਾ ਤੋਰੀ ਸੀਗੀ। ਹਾਂਜੀ ਹਾਂਜੀ ਸਾਡਾ ਛਡਈਆ ਹੋ ਗਿਆ ਸੀਗਾ, ਉਹ ਫਿਰ ਮੈਂ ਆਪ ਰੱਖ ਲਈ ਸੀਗੀ। ਇਹ ਨਾ ਪੰਜਾਬ ਦੀ ਇੱਕ ਬਹੁਤ ਵੱਡਾ ਦੁਖਾਂਤ ਹੈ ਕਿ ਜਦੋਂ ਸਾਡੀਆਂ ਧੀਆਂ ਭੈਣਾਂ ਦਾ ਇੱਕ ਜਗ੍ਹਾ ਤੇ ਛੱਡ ਛੜਈਆ ਹੋ ਕੇ ਦੂਸਰੀ ਜਗ੍ਹਾ ਤੇ ਵਿਆਹ ਹੁੰਦਾ ਤਾਂ ਦੂਜੇ ਘਰ ਵਾਲੇ ਜਿਹੜੇ ਨੇ ਜਾਂ ਦੂਏ ਜਿੱਥੇ ਘਰ ਵਿਆਹੇ ਜਾਂਦੇ ਤਾਂ ਉੱਥੇ ਜਿਹੜਾ ਪਹਿਲੇ ਵਿਆਹ ਤੋਂ ਜਿਹੜਾ ਬੱਚਾ ਹੁੰਦਾ ਉਹ ਨਹੀਂ ਲਿਜਾਇਆ ਜਾਂਦਾ। ਅਕਸਰ ਇਹ ਦੇਖਣ ਨੂੰ ਮਿਲਦਾ। ਤਾਂ ਉਹਦੀ ਵੀ ਜ਼ਿੰਮੇਵਾਰੀ ਜਿਹੜੇ ਨੇ ਪੇਕੇ ਪਰਿਵਾਰ ਤੇ ਆ ਜਾਂਦੀ ਹੈ। ਤਾਂ ਇੱਕ ਤਾਂ ਘਰ ਦੇ ਉੱਤੇ ਇਹ ਹਾਲਾਤ ਬਹੁਤ ਭਾਰੀ ਬਣੇ ਹੋਏ ਨੇ, ਰੱਬ ਕਹਿਰ ਬਣ ਕੇ ਵਰਤਾ ਰਿਹਾ ਸਾਰਾ ਕੁਝ, ਮੀਂਹ ਜਿਹੜਾ ਹੈ ਕਹਿਰ ਬਣ ਕੇ ਵਰਿਆ। ਉੱਪਰੋਂ ਜਿਹੜੀ ਜਵਾਨ ਧੀ ਹੈ ਜਿਹਦਾ ਵਿਆਹ ਕਰਨਾ ਉਹਦਾ ਚੂਲਾ ਟੁੱਟ ਗਿਆ, ਉਹ ਹਸਪਤਾਲ ਦੇ ਵਿੱਚ ਦਾਖਲ ਆ। ਤੇ ਉੱਪਰੋਂ ਜਿਹੜੀ ਇੱਕ ਹੋਰ ਦੋਤੀ ਹੈ ਭੈਣ ਦਾ ਪਹਿਲਾਂ ਛੱਡ ਛੜਈਆ ਹੋ ਗਿਆ ਤਾਂ ਹੁਣ ਦੁਬਾਰਾ ਵਿਆਹ, ਪਰ ਉਹ ਕੁੜੀ ਵੀ ਇਹਨਾਂ ਦੇ ਕੋਲੇ ਰਹਿੰਦੀ ਹੈ, ਛੋਟੀ ਜਿਹੀ ਬੱਚੀ ਆ, ਸਕੂਲੇ ਪੜ੍ਹਦੀ ਹੈ। ਪਰ ਅੱਗਿਓਂ ਉਹਨਾਂ ਦੇ ਵੀ ਸਾਰੇ ਕਾਰਜ ਇਹਨਾਂ ਨੂੰ ਹੀ ਕਰਨੇ ਪੈਣਗੇ, ਉਹਨਾਂ ਦੀ ਪੜ੍ਹਾਈ ਲਿਖਾਈ ਵੀ ਇਹਨਾਂ ਨੂੰ ਹੀ ਕਰਨੀ ਪੈਣੀ ਹੈ। ਘਰ ਦਾ ਖਰਚਾ ਹੀ ਬਹੁਤ ਮੁਸ਼ਕਿਲ ਨਾਲ ਚੱਲਦਾ, ਉੱਪਰੋਂ ਇੰਨੀਆਂ ਜ਼ਿਆਦਾ ਵੱਡੀਆਂ ਜ਼ਿੰਮੇਵਾਰੀਆਂ ਸਿਰ ਦੇ ਉੱਤੇ ਪਈਆਂ ਹੋਈਆਂ ਨੇ। ਤਾਂ ਇਹ ਜਿਹੜੇ ਹਾਲਾਤ ਦੇਖ ਕੇ ਨਾ ਕਾਲਜਾ ਪਾੜਦਾ, ਕਾਲਜਾ ਮੂੰਹ ਦੇ ਵਿੱਚ ਆਉਂਦਾ ਕਿ ਆਖਰ ਅਜਿਹੇ ਹਾਲਾਤ ਵੀ ਸਾਡੇ ਲੋਕਾਂ ਦੇ ਨੇ। ਇਹ ਹਾਲਾਤਾਂ ਦੇ ਵਿੱਚ ਕਿਉਂ ਨਹੀਂ ਸਾਡੇ ਲੀਡਰ ਆ ਕੇ ਸਾਡੇ ਲੋਕਾਂ ਦੀਆਂ ਬਾਹਾਂ ਫੜਦੇ? ਵੋਟਾਂ ਤੋਂ ਪਹਿਲਾਂ ਕਿਉਂ ਇੱਥੇ ਆ ਕੇ ਤੁਸੀਂ ਰੁਕਦੇ ਹੋ? ਵੋਟਾਂ ਤੋਂ ਬਾਅਦ ਤੁਸੀਂ ਆਪਣੇ ਚਿਹਰਾ ਤੱਕ ਨਹੀਂ ਦਿਖਾਉਂਦੇ। ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੀਡਰਾਂ ਨੂੰ ਜਿਹੜੇ ਇੱਥੇ ਆ ਕੇ ਜਿਹੜਾ ਇਹਨਾਂ ਦੇ ਨਾਲ ਨਹੀਂ ਖੜਦੇ। ਪਰ ਉਸ ਤੋਂ ਬਾਅਦ ਅਸੀਂ ਇੱਕ ਖਾਸ ਅਪੀਲ ਸਾਡੇ NRI ਭਰਾਵਾਂ ਨੂੰ ਕਰਨੀ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਬਾਂਹ ਫੜੀ ਹੈ ਕਿ ਤੁਸੀਂ ਹੁਣ ਫੇਰ ਆਓ, ਫੇਰ ਆ ਕੇ ਇਸ ਪਰਿਵਾਰ ਦੀ ਬਾਂਹ ਫੜੋ। ਜਾਂ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਪਰਿਵਾਰਾਂ ਦੀ ਬਾਂਹ ਫੜਨੀ ਚਾਹੁੰਦੇ ਆ ਤਾਂ ਉਹ ਜ਼ਰੂਰ ਇਹਨਾਂ ਪਰਿਵਾਰਾਂ ਦੇ ਨਾਲ ਸੰਪਰਕ ਕਰਨ। ਇਹਨਾਂ ਪਰਿਵਾਰਾਂ ਦੀ ਜਿਹੜੀ ਉਹ ਜ਼ਰੂਰ ਆ ਕੇ ਜਿਹੜੀ ਮਦਦ ਹੈ ਜਿੰਨੀ ਵੀ ਕਰ ਸਕਦੇ ਉਹ ਕਰਨ। ਆਹ ਰਸੋਈ ਹੈ ਜੀ, ਰਸੋਈ ਵੀ ਬਿਲਕੁਲ ਕੱਚੀ। ਅਖੀਰ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦੇ ਹਾਂ। ਤੇ ਇਹ ਇੱਥੇ ਸੰਦੂਕ ਪਏ ਨੇ, ਇੱਥੇ ਜਿਹੜਾ ਬਾਕੀ ਸਮਾਨ ਪਿਆ। ਤੇ ਇਹ ਦਿਖਾ ਦਈਏ, ਇਹ ਇੱਥੇ ਜਿਹੜੀ ਇੱਕ ਪੇਟੀ ਆ ਪਰਿਵਾਰ ਦੀ ਉਹ ਪਈ ਹੈ ਤੇ ਇੱਥੇ ਹੀ ਬਾਕੀ ਸੰਦੂਕ ਪਏ ਨੇ। ਇੱਥੇ ਹੀ ਕਣਕ ਵਾਲਾ ਢੋਲ ਹੈ ਤੇ ਇੱਥੇ ਹੀ ਰਸੋਈ ਦਾ ਜਿਹੜਾ ਬਾਕੀ ਸਮਾਨ ਹੈ ਉਹ ਵੀ ਇੱਥੇ ਹੀ ਪਿਆ। ਇੱਕੋ ਕਮਰੇ ਦੇ ਵਿੱਚ, ਇੱਕੋ ਕਮਰਾ ਸਟੋਰ ਆ, ਇੱਕੋ ਕਮਰੇ ਦੇ ਵਿੱਚ ਜਿਹੜੇ ਬਾਕੀ ਸਾਰੇ ਜਿਹੜਾ ਸਮਾਨ ਆ ਉਹ ਪਿਆ। ਤਾਂ ਬਿਲਕੁਲ ਕੰਧਾਂ ਦੀ ਜਿਹੜੀ ਚਣਾਈ ਆ ਉਹ ਮਿੱਟੀ 'ਚ ਕੀਤੀ ਹੋਈ ਹੈ ਤੇ ਛੱਤਾਂ ਜਮੀ ਢਹਿਣ ਨੂੰ ਤਿਆਰ ਪਈਆਂ ਨੇ। ਕਿਸੇ ਵੀ ਵੇਲੇ ਇੱਕ ਹੋਰ ਵੱਡਾ ਹਾਦਸਾ ਇਸ ਘਰ ਦੇ ਵਿੱਚ ਹੋ ਸਕਦਾ ਜੇਕਰ ਸਾਡੀਆਂ ਸਰਕਾਰਾਂ ਨੇ ਤੇ ਸਾਡੇ ਲੋਕਾਂ ਨੇ ਇਸ ਪਾਸੇ ਨਾ ਧਿਆਨ ਦਿੱਤਾ। ਕੰਧਾਂ ਨੇ ਬਿਲਕੁਲ ਗਿਰਨ ਨੂੰ ਤਿਆਰ ਹੋਈਆਂ ਪਈਆਂ ਨੇ, ਛੱਤਾਂ ਵੀ ਡਿੱਗਣ ਨੂੰ ਤਿਆਰ ਨੇ। ਆਹ ਜਿਹੜੀ ਕੰਧ ਆ ਪਰਲੇ ਮਕਾਨ ਦੀ ਹੈ। ਤਾਂ ਇਹ ਅਜਿਹੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਹੈ ਜਿਹੜਾ ਆਪਣਾ ਗੁਜ਼ਾਰਾ ਜਿਹੜਾ ਉਹ ਕਰ ਰਿਹਾ। ਤਾਂ ਦੇਖ ਕੇ ਅੱਖ
ਅੱਖ ਭਰੇ ਆਉਂਦੀ ਹੈ, ਜਿਹੜਾ ਦਿਲ ਆ ਉਹ ਦੁਖਦਾ ਹੈ ਕਿ ਕਿਉਂ ਸਾਡੇ ਲੋਕ ਹਜੇ ਵੀ ਇਹਨਾਂ ਹਾਲਾਤਾਂ ਦੇ ਵਿੱਚ ਜੂ ਰਹੇ ਨੇ। ਸਾਰੀ ਦੁਨੀਆ ਦਾ ਢਿੱਡ ਭਰਨੇ ਵਾਲੀ ਸਿੱਖ ਕੌਮ ਦਾ ਆਪਣੀ ਦਾ ਆਹ ਹਾਲ ਆ। ਤਾਂ ਜਿੱਥੇ ਅਸੀਂ ਦੂਜਿਆਂ ਵਿਦੇਸ਼ਾਂ 'ਚ ਜਾ ਕੇ ਲੰਗਰ ਲਾਉਂਦੇ ਆ, ਉਹ ਦੂਰ ਦੂਰ ਜਿੱਥੇ ਤੱਕ ਕੇਰਲ ਤੱਕ ਜਾ ਕੇ ਹੜ੍ਹ ਆ ਜਾਂਦੇ ਨੇ, ਉੱਥੇ ਤੱਕ ਅਸੀਂ ਲੰਗਰ ਲਾ ਦਿੰਦੇ ਆ। ਵਿਦੇਸ਼ਾਂ 'ਚ ਅਸੀਂ ਫ੍ਰੀ ਫੂਡ ਦੇ ਜਿਹੜੇ ਸਲੋਗਨ ਨੇ ਉਹ ਚਲਾਤੇ ਨੇ, ਪਰ ਸਾਡਾ ਆਪਣੇ ਪੰਜਾਬ ਦੇ ਵਿੱਚ ਸਾਡੇ ਆਹ ਹਾਲਾਤ ਬਣੇ ਹੋਏ ਨੇ। ਆਓ ਇੱਕ ਵਾਰ ਹੁਣ ਆਪਣੇ ਲੋਕਾਂ ਦੀ ਬਾਂਹ ਫੜੀਏ, ਆਪਣੇ ਲੋਕਾਂ ਨਾਲ ਖੜੀਏ, ਰੱਜਿਆਂ ਵੱਲ ਨੂੰ ਨਾ ਰਜਾਈਏ। ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੇ ਨਾਲ ਆ ਕੇ ਖੜੀਏ। ਤਾਂ ਰੱਜਿਆਂ ਵੱਲ ਨੂੰ ਰਜਾਉਣ ਦੀ ਜਗ੍ਹਾ ਆਪਣੇ ਲੋਕਾਂ ਨਾਲ ਖੜੋ ਪੰਜਾਬੀਓ, ਇਸ ਪਰਿਵਾਰ ਦੇ ਨਾਲ ਖੜੋ ਪੰਜਾਬੀਓ। ਤਾਂ ਤੁਸੀਂ ਬਣੇ ਰਹੋ ਪੰਜਾਬ KTV ਦੇ ਨਾਲ। ਕੈਮਰਾਮੈਨ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਮਨਦੀਪ ਸਿੰਘ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।